ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਹੈਗੀ। ਉਸ ਮੀਟਿੰਗ ਦੇ ਵਿੱਚ ਕੀ ਫੈਸਲੇ ਜਿਹੜੇ ਲਏ ਗਏ ਨੇ, ਕਿਸਾਨ ਆਗੂ ਸਾਡੇ ਨਾਲ ਨੇ ਜੀ। ਅੱਜ ਮੀਟਿੰਗ ਦੇ ਵਿੱਚ ਕੀ ਫੈਸਲੇ ਜਿਹੜੇ ਉਹ ਲਏ ਗਏ ਨੇ? ਮੈਂ ਕਾਕਾ ਸਿੰਘ ਕੋਟੜਾ, ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਏਕਤਾ ਸਿੱਧੂਪੁਰ। ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ 30 ਕਿਸਾਨ ਜਥੇਬੰਦੀਆਂ ਦੀ, ਉਹ ਪਹਿਲਾਂ ਸਾਡੀ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੋਈ ਹੈ। ਉਹਦੇ ਵਿੱਚ ਸਾਡੀਆਂ ਅਸੀਂ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਨੇ ਵੀ ਜਿਹੜਾ ਦਿੱਲੀ ਨੂੰ ਜਾਣਾ 26 ਤੇ 27 ਨੂੰ, ਉਹਦੇ ਵਿੱਚ ਕਿਵੇਂ ਜਾਣਾ ਹੈ, ਕਿੰਨੀ ਦੀ ਗਿਣਤੀ ਜਾਣਾ ਹੈ, ਕਿੰਨੀ ਤਿਆਰੀ ਕਰਨੀ ਹੈ। ਨਾਲ ਇੱਕ ਪੰਜਾਬ ਸਰਕਾਰ ਵੱਲੋਂ ਸਾਨੂੰ ਮੀਟਿੰਗ ਦਾ ਸੱਦਾ ਆਇਆ ਸੀ ਵੀ ਅਸੀਂ ਮੀਟਿੰਗ ਕਰਨਾ ਚਾਹੁੰਦੇ ਹਾਂ। ਫਿਰ ਅਸੀਂ ਫੈਸਲਾ ਕਰਿਆ ਉੱਥੋਂ ਮੀਟਿੰਗ ਕਰਕੇ ਵੀ ਮੀਟਿੰਗ ਕਰ ਲੈਣੀ ਚਾਹੀਦੀ ਹੈ। ਕਿਸੇ ਸਰਕਾਰ ਨੂੰ ਬਹਾਨਾ ਨਹੀਂ ਦੇਣਾ ਚਾਹੀਦਾ ਵੀ ਕਿਸਾਨ ਆਗੂ ਮੀਟਿੰਗ 'ਚ ਨਹੀਂ ਆਉਂਦੇ। ਤਾਂ ਉਦੋਂ ਬਾਅਦ ਜਿਹੜੀ ਸਾਡੀ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਨਾਲ ਹੋਈ ਹੈ ਮੀਟਿੰਗ, ਉਹਦੇ ਸਾਰੇ ਮੰਤਰੀ ਵੀ ਨਾਲ ਸੀ। ਉਹਨਾਂ ਨੇ ਜਿਹੜੀਆਂ ਸਾਡੀਆਂ ਕੁਛ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੀ ਕਹੀ ਹੈ ਠੋਕ ਕੇ ਵੀ ਜੇ ਤੁਸੀਂ ਦਿੱਲੀ ਨੂੰ ਕਹਿ ਰਹੇ ਹੋ ਦਿੱਲੀ ਮਾੜੀ ਆ, ਤਾਂ ਜਿਹੜੀਆਂ ਤੁਹਾਡੀਆਂ ਇੱਥੇ ਤੁਹਾਡੇ ਹੁਕੂਮਤ ਦੇ ਵਿੱਚ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਹੋ ਰਿਹਾ। ਝੋਨਾ ਨਹੀਂ ਵਿਕ ਰਿਹਾ, ਮੰਡੀਆਂ ਦੇ ਵਿੱਚ ਰੁਲਦਾ ਹੈ, ਨਰਮਾ ਰੁਲਦਾ ਹੈ, ਨਰਮੇ ਦੀ ਜਿਹੜੀ ਕਾਟ ਹੈ ਕਿਸਾਨਾਂ ਤੋਂ ਆੜਤ ਲੈਤੀ ਜਾ ਰਹੀ ਹੈ। ਦੂਜਾ ਜਿਹੜਾ ਗੰਨੇ ਦਾ ਬਕਾਇਆ ਉਹ ਹਜੇ ਤੱਕ ਨਹੀਂ ਦਿੱਤਾ ਗਿਆ। ਹਰਿਆਣੇ ਦੇ ਵਿੱਚ ਜਿਹੜਾ ਗੰਨੇ ਦਾ ਰੇਟ ਹੈ 310 ਹੈ, ਇੱਥੇ ਪੰਜਾਬ ਦੇ ਵਿੱਚ ਰੇਟ ਘੱਟ ਹੈ। ਤਾਂ ਕਿਵੇਂ ਆਪਾਂ ਦੂਜੀ ਸਰਕਾਰ ਨਾਲ ਜੋੜ ਕੇ ਕੀਤਾ ਜਾ ਸਕਦਾ? ਪਹਿਲਾਂ ਆਪ ਕਰੋ ਫਿਰ ਦੂਜੇ ਨੂੰ ਕਹੀਏ। ਤਾਂ ਇਹ ਮੰਗਾਂ ਜਿਹੜੀਆਂ ਅਸੀਂ ਠੋਕ ਕੇ ਪੰਜਾਬ ਸਰਕਾਰ ਕੋਲੇ ਰੱਖੀਆਂ ਨੇ। 6 ਮੰਗਾਂ ਸੀ ਜਿਹੜੀਆਂ 6ਾਂ 'ਤੇ ਵਿਚਾਰ ਕਰਕੇ ਉਹਨਾਂ ਨੇ ਇਹ ਮੰਗਿਆ ਵੀ ਅਸੀਂ ਛੇਤੀ ਮੀਟਿੰਗ ਸੱਦ ਕੇ ਇਹਨਾਂ ਦਾ ਨਿਪਟਾਰਾ ਕਰਾਂਗੇ। ਫਿਰ ਉਸ ਤੋਂ ਬਾਅਦ ਉਹਨਾਂ ਦੇ ਅਸੀਂ ਜਿਹੜੀ ਅਪੀਲ ਹੈ ਉਹ 'ਤੇ ਵੀ ਕਰਿਆ। ਪਹਿਲਾਂ ਹੀ ਸਾਡਾ ਫੈਸਲਾ ਸੀ 30 ਕਿਸਾਨ ਜਥੇਬੰਦੀਆਂ ਵੱਲੋਂ ਕਿ ਅਸੀਂ ਜਿਹੜਾ ਰੇਲਵੇ ਦਾ ਜਿਹੜਾ ਪ੍ਰਚਾਰ ਹੋ ਰਿਹਾ, ਸਰਕਾਰ ਬਹਾਨਾ ਬਣਾ ਰਹੀ ਹੈ ਕੇਂਦਰ ਦੀ ਬਈ ਜਿਹੜੇ ਪੰਜਾਬ ਦੇ ਕਿਸਾਨ ਆ ਰੇਲ ਪਟੜੀਆਂ 'ਤੇ ਬੈਠੇ ਆ। ਭਾਵੇਂ ਸਾਰਿਆਂ ਨੂੰ ਪਤਾ ਅਸੀਂ ਪਹਿਲਾਂ ਹੀ ਜਿਹੜਾ 21 ਤਰੀਕ ਤੋਂ ਲਗਾਤਾਰ ਪਾਰਕਾਂ 'ਚ ਬੈਠੇ ਹਾਂ। ਸਾਰੇ ਪੰਜਾਬ ਦੀਆਂ ਜਿਹੜੀਆਂ ਰੇਲਾਂ ਲੈਣਾ ਉਹ ਖਾਲੀ ਨੇ। ਉਹਨੂੰ ਬਹਾਨਾ ਬਣਾ ਕੇ ਵੀ ਪੰਜਾਬ ਦੇ ਕਿਸਾਨ ਹੈ ਜਿਹੜਾ ਉਹ ਰੇਲਾਂ ਨੂੰ ਚੱਲਣ ਦੇ ਰਹੇ, ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਕਰ ਰਿਹਾ, ਕੇਂਦਰ ਨੂੰ ਨੁਕਸਾਨ ਕਰ ਰਿਹਾ। ਇੱਕ ਬਹਾਨਾ ਸੀ। ਅਸੀਂ ਉਹ 'ਤੇ ਵਿਚਾਰ ਕਰਕੇ 30 ਕਿਸਾਨ ਜਥੇਬੰਦੀਆਂ ਨੇ ਜਿਹੜਾ ਫੈਸਲਾ ਕਰ ਲਿਆ ਵੀ 23 ਤਰੀਕ ਨੂੰ 5 ਵਜੇ ਤੋਂ ਬਾਅਦ ਹੈ ਸਾਰੇ ਪੰਜਾਬ ਦੇ ਵਿੱਚ ਜਿਹੜੇ ਹੈ ਰੇਲਾਂ ਪਹਿਲਾਂ ਵੀ ਖਾਲੀ ਹੈ। ਅਸੀਂ ਉਹ ਰੇਲਾਂ ਦਾ ਜਿਹੜਾ ਇਹ ਸਹਿਮਤੀ ਬਣ ਗਿਆ ਸਾਡੀ ਵੀ ਛੱਡ ਕੇ ਚਲਾਉਣ, ਸਾਨੂੰ ਕੋਈ ਇਤਰਾਜ਼ ਨਹੀਂ। ਪਹਿਲਾਂ ਸਾਡਾ ਇਕੱਲਾ ਮਾਲ ਗੱਡੀਆਂ ਨੂੰ ਛੋਟ ਸੀ ਵੀ ਜੇ ਪੈਸੇਂਜਰ ਪੰਜਾਬ ਦੇ ਵਿੱਚ ਆਉਂਦੇ ਅਸੀਂ ਨਹੀਂ ਚੱਲਣ ਦੇਵਾਂਗੇ। ਹੁਣ ਦੋਨੇ ਗੱਡੀਆਂ ਨੂੰ ਦੇਖਣ ਦੇ ਸਰਕਾਰ ਚਲਾਉਂਦੀ ਹੈ ਨਹੀਂ ਚਲਾਉਂਦੀ। ਜਿਹੜਾ ਉਹਨਾਂ ਦਾ ਪ੍ਰਚਾਰ ਸੀ ਅਸੀਂ ਇੱਕੋ ਬੰਦ ਕੀਤਾ। ਜਿਹੜੇ ਸਾਡੇ ਸਾਰੇ ਪ੍ਰੋਗਰਾਮ ਪੰਜਾਬ ਦੇ ਵਿੱਚ ਉਹ ਉਵੇਂ ਚੱਲਦੇ ਰਹਿਣਗੇ, ਚਾਹੇ ਉਹ ਮੌਲਾਂ ਦੇ ਆ ਜਾਂ ਟੋਲ ਪਲਾਜ਼ਿਆਂ ਦੇ ਆ, ਚਾਹੇ ਧਰਨੇ ਆ, ਜਿੰਨੇ ਵੀ ਚੱਲਦੇ ਸਾਡੇ ਪ੍ਰੋਗਰਾਮ ਉਵੇਂ ਜ਼ਿਕਰ ਚੱਲਣਗੇ। ਅਤੇ ਨਾਲ ਇਸ ਨੂੰ ਤਿਆਰੀ ਦੇ ਨਾਲ ਚੱਲਦੇ ਹੋਏ ਜਿਹੜੀ 26-27 ਤਰੀਕ ਦੀ ਤਿਆਰੀ ਹੈ ਉਹਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ, ਸਾਡੀਆਂ ਭੈਣਾਂ ਹੈ, ਉਹ ਫੰਡ ਵੀ ਇਕੱਠਾ ਕਰ ਰਹੇ ਆ, ਰਾਸ਼ਨ ਕਰ ਰਹੇ ਸਾਰੇ। ਤਾਂ ਲਗਾਤਾਰ ਆਉਣ ਵਾਲੇ ਸਾਰੇ ਜਿਹੜੇ ਦਿੱਲੀ ਨੂੰ ਜਾਵਾਂਗੇ। ਪਰ ਨਾਲ ਜਿਹੜਾ ਰੇਲਾਂ ਛੱਡਣ ਦਾ ਕਈ ਮੀਡੀਆ ਵੱਲੋਂ ਵੀ ਇਹ ਆਉਂਦਾ ਸੀ ਵੀ ਕੀ ਮੁੱਖ ਮੰਤਰੀ ਨਾਲ ਕਰ ਗਏ। ਅਸੀਂ ਮੁੱਖ ਮੰਤਰੀ ਦੀ ਅਪੀਲ 'ਤੇ ਤਾਂ ਇੱਕ ਵਿਚਾਰ ਕੀਤਾ, ਨਾਲ ਅਸੀਂ ਆਪਦਾ ਫੈਸਲਾ 30 ਕਿਸਾਨ ਜਥੇਬੰਦੀਆਂ ਦਾ ਜਿਹੜਾ ਉਹਦੇ ਮੁਤਾਬਕ ਚੱਲ ਰਹੇ ਹਾਂ। ਸਾਡਾ ਫੈਸਲਾ ਸੀ ਵੀ ਐਵੇਂ ਜਿਹੜਾ ਤਿੰਨੇ ਬਿੱਲ ਨੇ ਸਾਡਾ ਮਸਲਾ ਸੀ ਜਿਹੜੇ 30 ਕਿਸਾਨ ਜਥੇਬੰਦੀਆਂ ਪੰਜਾਬ 'ਚ ਇਕੱਠੀਆਂ ਹੋਈਆਂ, ਭਾਵੇਂ ਸਾਡੇ ਲੱਖ ਮਤਭੇਦ ਆਪ ਇੱਕ ਦੂਜੇ ਤੋਂ, ਪਰ ਫਿਰ ਵੀ ਅਸੀਂ ਜਿਹੜੇ ਤਿੰਨੇ ਕਾਨੂੰਨ ਆ ਉਹ 'ਤੇ ਸਾਡੀ ਸਹਿਮਤੀ ਬਣੀ ਹੈ। ਸਹਿਮਤੀ 'ਤੇ ਅਸੀਂ ਉਹ ਤਿੰਨੇ ਰੱਦ ਕਰਾਉਣਾ ਚਾਹੁੰਦੇ ਹਾਂ। ਸਰਕਾਰਾਂ ਐਵੇਂ ਪ੍ਰਚਾਰ ਕਰਕੇ ਇੱਕ ਬਹਾਨਾ ਬਣਾਤਾ ਵੀ ਪੰਜਾਬ ਦੇ ਜਿਹੜੇ ਕਿਸਾਨ ਆ ਰੇਲਾਂ ਦੀਆਂ ਪਟੜੀਆਂ 'ਤੇ ਬੈਠੇ ਨੁਕਸਾਨ ਕਰ ਰਹੇ ਆ। ਪਰ ਜੇ ਸਾਰੇ ਦੇਸ਼ ਦੇ ਅੰਕੜੇ ਦੇਖੇ ਹੁਣ ਇੱਕ ਗੱਡੀ ਚੱਲਦੀ ਆ ਸਾਡੇ। ਤੁਸੀਂ ਦੇਖਣਾ ਪਿਛਲੇ ਦਿਨੀ ਦੂਜਿਆਂ ਸਟੇਟਾਂ ਦੇ ਸਾਡੇ ਕਿਸਾਨ ਆਏ ਆ, ਕਿਸਾਨ ਭਵਨ 'ਚ ਮੀਟਿੰਗ ਹੋਈ ਹੈ। ਇੱਕ ਵੱਡੀ ਲਾਈਨ ਜਾ ਰਹੀ ਹੈ ਦਿੱਲੀ ਤੋਂ ਬੰਬੇ ਨੂੰ, ਤਾਂ ਉਹ 'ਤੇ ਇੱਕੋ ਹੀ ਪੈਸੇਂਜਰ ਚੱਲ ਰਹੀ ਹੈ 24 ਘੰਟਿਆਂ 'ਚ ਇੱਕ। ਤਾਂ ਦੇਖਦੇ ਹਾਂ ਪੰਜਾਬ ਦੇ ਵਿੱਚੋਂ ਕਿੰਨੀਆਂ ਚਲਾਉਂਦੇ ਆ। ਸਿਰਫ ਪ੍ਰਚਾਰ ਸੀ, ਪ੍ਰਚਾਰ ਅਸੀਂ ਉਹਨਾਂ ਦਾ ਮੂੰਹ ਬੰਦ ਕੀਤਾ। ਨਾਲ ਇੱਕ ਸ਼ਰਤ ਰੱਖੀ ਹੈ ਵੀ 15 ਦਿਨਾਂ ਦਾ ਅਲਟੀਮੇਟਮ ਦੇ ਕੇ ਜੇ ਸਰਕਾਰ ਚਾਹੇ ਕੋਈ ਕੇਂਦਰ ਦੀ ਹੈ ਚਾਹੇ ਪੰਜਾਬ ਸਰਕਾਰ ਹੈ ਕਿਸਾਨਾਂ ਦੀਆਂ ਮੰਗਾਂ 'ਤੇ ਨਹੀਂ ਗੌਰ ਕਰਦੀ, ਤਿੰਨੇ ਕਾਨੂੰਨ ਨਹੀਂ ਰੱਦ ਕਰਦੀ, ਉਹ 'ਤੇ ਕੀ ਐਕਸ਼ਨ ਲੈਂਦੀ ਹੈ। ਜੇ ਨਹੀਂ ਕੁਛ ਹੁੰਦਾ ਤਾਂ ਅਸੀਂ ਮੋੜਵਾਂ ਜਿਹੜਾ ਕਿਸਾਨਾਂ ਨੂੰ 15 ਦਿਨਾਂ ਤੋਂ ਬਾਅਦ ਜਿਹੜਾ ਸਮਾਂ ਦਿੱਤਾ ਹੈ ਉਵੇਂ ਜੇਕਰ ਜਿਵੇਂ ਪਹਿਲਾਂ ਚੱਲਦੇ ਸੀ ਉਵੇਂ ਜੇਕਰ ਫਿਰ ਸਾਡੇ ਕਿਸਾਨ ਆ ਜਿਹੜੇ ਉਸ ਮੋਰਚਿਆਂ 'ਚ ਜੱਜ ਜਾਣਗੇ। ਤਾਂ ਅਸੀਂ ਕੋਈ ਸਰਕਾਰ ਦਾ ਜਿਹੜਾ ਸਾਡੇ 'ਤੇ ਇੱਕ ਸਵਾਲ ਵੀ ਕੀਤਾ ਸੀ ਬਈ ਆਮ ਲੋਕਾਂ ਦੀ ਕੀ ਰਾਏ ਆ। ਅਸੀਂ ਅਸਲ ਦੇ ਵਿੱਚ ਸਰਕਾਰਾਂ ਦਾ ਤਾਂ ਬਹਾਨਾ ਹੈ ਵੀ ਸਰਕਾਰਾਂ ਕੀ ਕਹਿ ਰਹੀਆਂ, ਅਸੀਂ ਚੱਲ ਰਹੇ ਹਾਂ ਲੋਕਾਂ ਦੀ ਰਾਏ ਮੁਤਾਬਕ, ਲੋਕਾਂ ਦੇ ਸੁਝਾਅ ਮੁਤਾਬਕ। ਜਥੇਬੰਦੀਆਂ ਦੀ ਨੀਤੀ ਦਿੱਤੀ ਅਤੇ ਜਿਹੜਾ ਮੱਚ ਬਣਿਆ ਸਾਡਾ ਉਸ 'ਤੇ ਨੀਤੀ ਫੋਲਸ ਉਹਦੇ ਮੁਤਾਬਕ ਚੱਲ ਰਹੇ ਹਾਂ। ਉਸ ਮੁਤਾਬਕ ਸਾਨੂੰ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਪੰਜਾਬ ਦੇ ਵਿੱਚੋਂ। ਪਹਿਲੀ ਵਾਰ ਹੈ ਅਤੇ ਕੰਮ ਦੇ ਬਾਵਜੂਦ ਸਾਡਾ ਝੋਨਾ ਵੀ ਵਿਕਿਆ ਮੰਡੀਆਂ 'ਚੋਂ, ਕਣਕ ਵੀ ਬੀਜੀ ਹੈ, ਨਰਮਾ ਵੀ ਬੀਜਿਆ, ਆਲੂ ਵੀ ਬੀਜੇ ਹੈ। ਉਹਦੇ ਸੀਜ਼ਨ ਦੇ ਵਿੱਚ ਸਾਡੇ ਧਰਨੇ ਵੀ ਉਵੇਂ ਜ਼ਿਕਰੀ ਚੱਲੇ ਰਹੇ ਆ।
ਨਾਲ ਇੱਥੋਂ ਤੱਕ ਕਿਸਾਨ ਇਹ ਕਹਿੰਦੇ ਰਹੇ ਨੇ ਵੀ ਤੁਸੀਂ ਜਿਹੜੇ ਮੋਰਚਿਆਂ 'ਚ ਡਟੇ ਰਹੋ, ਜਿਹੜਾ ਆਹ ਸਾਡਾ ਨੁਕਸਾਨ ਹੈ, ਚਾਹੇ ਯੂਰੀਏ ਦਾ ਹੈ, ਚਾਹੇ DAP ਦਾ ਹੈ, ਇਹ ਫਸਲ ਤੇ ਮਾੜਾ ਮੋਟਾ ਨੁਕਸਾਨ ਹੋ ਸਕਦਾ ਹੈ, ਪਰ ਜਿਹੜਾ ਸਾਡਾ ਵੱਡਾ ਨੁਕਸਾਨ ਕੇਂਦਰ ਸਰਕਾਰ ਨੇ ਉਹ ਤਿੰਨੇ ਕਾਨੂੰਨਾਂ ਦੇ ਮੁਤਾਬਕ ਕਰਨਾ ਹੈ ਸਾਡਾ, ਉਹ ਨੁਕਸਾਨ ਵੱਡਾ, ਉਹ ਗੈਪ ਸਾਥੋਂ ਪੂਰਾ ਨਹੀਂ ਹੋਣਾ। ਉਹਦੀ ਲੜਾਈ ਹੈ ਜਿਹੜੀ ਲਗਾਤਾਰ ਰਹੋ, ਉਹ ਧਿਆਨ 'ਚ ਸਾਡੇ ਕਿੰਨਾ ਚਿਰ ਸਰਕਾਰਾਂ ਲੜਾਉਂਦੀਆਂ, ਕਿੰਨਾ ਪਤਾ ਨਹੀਂ ਸਿਰ ਸਾਡੇ ਲੈਣਾ ਚਾਹੁੰਦੀਆਂ, ਕਿੰਨਾ ਸਾਡੇ ਤੇ ਆਪਦਾ ਪ੍ਰਚਾਰ ਕਰਕੇ ਆਪਦੀਆਂ ਰੋਟੀਆਂ ਸੇਕਣਾ ਚਾਹੁੰਦੀਆਂ, ਉਹ ਸਾਡੇ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਹੋ ਕੇ ਅਸੀਂ ਜਿਹੜਾ ਦਿੱਲੀ ਨੂੰ ਚੱਲਾਂਗੇ। ਇਕੱਲੇ ਪੰਜਾਬ ਦੇ ਕਿਸਾਨ ਨਹੀਂ, ਇਸ ਲੜਾਈ 'ਚੋਂ ਕੋਈ ਸਵਾਲ ਇਹ ਵੀ ਹੋ ਸਕਦਾ ਵੀ ਹੁਣ ਤੱਕ ਤੁਸੀਂ ਪ੍ਰਾਪਤ ਕੀ ਕੀਤਾ। ਇਹ ਬਹੁਤ ਵੱਡਾ ਮਸਲਾ ਹੈ ਵੀ 2.5-3 ਮਹੀਨੇ ਦਿਨ ਹੋ ਗਏ ਅਸੀਂ ਉਹ ਪ੍ਰਾਪਤੀਆਂ ਦੇ ਜਿਹੜੀਆਂ ਸਰਕਾਰਾਂ ਹੈ ਅੱਜ, ਪਹਿਲਾਂ ਕਦੇ ਕਿਸੇ ਸਰਕਾਰ ਦਾ ਬਿਆਨ ਆ ਗਿਆ, ਕਿਤੇ ਕਿਸੇ ਸਿਆਸੀ ਪਾਰਟੀ ਦਾ ਬਿਆਨ ਆ ਗਿਆ, ਉਸ ਲੜਾਈ ਨੇ ਉਹਨਾਂ ਸਿਆਸੀ ਪਾਰਟੀਆਂ ਦੇ ਅੱਜ ਸਾਰੇ ਭਾਰਤ ਦੇ ਵਿੱਚ ਮੂੰਹ ਬੰਦ ਕੀਤੇ ਹੋਏ ਨੇ। ਇੱਕੋ ਇੱਕ ਲੜਾਈ ਹੈ ਜਿਹੜੀ ਕਿਸਾਨ ਲੜ ਰਹੇ ਆ, ਇਹ ਤੇ ਸਹਿਯੋਗ ਇਕੱਲੇ ਦੇਸ਼ ਦੇ ਭਾਰਤ ਦੇ ਕਿਸਾਨਾਂ ਦਾ ਨਹੀਂ, ਦੁਨੀਆ ਭਰ 'ਚ ਵੀ ਜਿਹੜੇ ਕਿਸਾਨ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਚਾਹੇ ਸਾਡੇ ਨੌਜਵਾਨ ਹੈ, ਚਾਹੇ ਉਧਰਲੇ ਲੋਕ ਹੈ ਜੋ ਉਹਨਾਂ ਦਾ ਬਿਜ਼ਨਸ ਹੈ, ਚਾਹੇ ਉਹ ਖੇਤੀ ਕਰਦੇ ਆ, ਉਹਨਾਂ ਦੀਆਂ ਨਿਗਾਹ ਜਿਹੜੀਆਂ ਭਾਰਤ ਦੇ ਕਿਸਾਨਾਂ ਵੱਲ ਹੈ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵੱਲ ਹੈ ਵੀ ਇਹ ਮੂਵਮੈਂਟ ਦਾ ਕੀ ਰਿਜ਼ਲਟ ਨਿਕਲਦਾ। ਲੋਕ ਮੰਨਦੇ ਆ ਕਿ ਨਹੀਂ ਮੰਨਦੇ, ਜਿਹੜੇ ਹੋਰ ਸੰਘਰਸ਼ੀ ਲੋਕ ਨੇ, ਚਾਹੇ ਉਹ ਟੀਚਰ ਹੋਣ, ਚਾਹੇ ਉਹ ਬਿਜਲੀ ਵਾਲੇ ਹੋਣ, ਚਾਹੇ ਪਟਵਾਰੀ ਹੋਣ, ਸਾਰਿਆਂ ਨੇ ਆਪਦੇ ਸੰਘਰਸ਼ ਰੋਕ ਕੇ ਕਿਸਾਨਾਂ ਦੀ ਹਮਾਇਤ ਕੀਤੀ ਹੋਈ ਹੈ ਕਿ ਦੇਸ਼ ਦਾ ਜਿਹੜਾ ਕਰੋੜਾਂ ਦੀ ਗਿਣਤੀ ਕਿਸਾਨ ਖੇਤੀ ਕਰਦਾ, ਖੇਤੀ ਕਰਦੇ ਵਾਲੇ ਕਿਸਾਨ ਤੋਂ ਇਹ ਜੇ ਕਾਨੂੰਨ ਰੱਦ ਨਹੀਂ ਕਰਾਏ ਜਾਂਦੇ ਤਾਂ ਸਾਰੀਆਂ ਦੇਸ਼ ਦੀਆਂ 450 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਰੱਦ ਨਹੀਂ ਕਰਾਏ ਸਕਦੇ, ਤਾਂ ਫਿਰ ਸਾਰਿਆਂ ਲਈ ਇੱਕ ਸੋਚਣ ਲਈ ਮਜਬੂਰ ਹੋਣਾ ਪੈਣਾ ਹੈ ਵੀ ਫਿਰ ਆਹ ਛੋਟੀਆਂ ਮੋਟੀਆਂ ਜਿਹੜੀਆਂ ਮੰਗਾਂ ਇਹ ਨਹੀਂ ਦੇਣੀਆਂ ਸਰਕਾਰਾਂ ਨੇ, ਜੋ ਐਡੇ ਵੱਡੇ ਲੋਕਾਂ ਤੇ ਹਮਲਾ ਕਰ ਰਹੀ ਹੈ। ਜਿਹੜੀ ਮੋਦੀ ਸਰਕਾਰ ਹੈ, ਜਿਹੜੀਆਂ ਵੱਡੀਆਂ ਕੰਪਨੀਆਂ ਮੂਹਰੇ ਗੋਡੇ ਟੇਕ ਚੁੱਕੀ ਆ, ਉਹਨੇ ਸਰਕਾਰ ਬਣਾਈ ਹੈ, ਸਾਡੀ ਲੜਾਈ ਵੀ ਉਹਨਾਂ ਨਾਲ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹ ਲੱਗਦਾ ਵੀ ਜਿਹੜੇ ਪੰਜਾਬ ਦੇ ਲੋਕ ਨਹੀਂ, ਦੇਸ਼ ਦੇ ਲੋਕ ਹਰ ਹਾਲਤ, ਕੋਈ ਮੂਵਮੈਂਟ ਇਹੋ ਜਿਹੀ ਨਹੀਂ ਜਿਹੜੀ ਲੋਕ ਜਿੱਥੋਂ ਇਕੱਠੇ ਹੋਏ ਨਾ ਜਿੱਤੇ ਹੋਣ। ਤਾਂ ਗੁਰੂਆਂ ਦੇ ਇਤਿਹਾਸਾਂ 'ਚੋਂ ਦੇਖਿਆ ਜਾ ਸਕਦਾ ਹੈ, ਨੌਜਵਾਨਾਂ ਦੇ ਇਤਿਹਾਸਾਂ 'ਚੋਂ ਦੇਖਿਆ ਜਾ ਸਕਦਾ ਹੈ, ਲੜਾਈ ਲੰਮੀ ਹੋ ਸਕਦੀ ਹੈ। ਲੰਮੀ ਲੜਾਈ ਦਾ ਕੋਈ ਟਾਈਮ ਨਹੀਂ ਹੁੰਦਾ। ਲੜਾਈ ਇਹ ਨਹੀਂ ਪਤਾ ਵੀ ਤੁਸੀਂ 10 ਦਿਨ ਲਈ ਜਾਂਦੇ ਹੋ, 15 ਦਿਨ ਲਈ ਜਾਂਦੇ, ਅਸੀਂ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਪਤਾ ਨਹੀਂ 15 ਦਿਨਾਂ ਨੂੰ ਹਾਲਾਤ ਇੱਥੇ ਕਿਹੋ ਜਿਹੇ ਹੋ ਜਾਣੇ, ਪਤਾ ਨਹੀਂ ਕਿਸਾਨਾਂ ਦੇ ਹੱਕ 'ਚ ਹੋ ਜਾਣੇ, ਪਤਾ ਨਹੀਂ ਕਿਸਾਨਾਂ ਦੇ ਵਿਰੋਧ 'ਚ ਹੋ ਜਾਣੇ। ਪਰ ਅਸੀਂ ਬੜੇ ਵਿਚਾਰ ਕੇ ਸੋਚ ਸਮਝ ਕੇ ਲੜਾਈ ਨੂੰ ਹੈ ਜਿਹੜਾ ਪੜਾਅ ਪਰ ਪੜਾਅ ਥੱਲੇ ਪਿੰਡ ਤੋਂ ਲੈ ਕੇ ਬਲਾਕਾਂ 'ਚ ਲੈ ਕੇ, ਬਲਾਕਾਂ ਤੋਂ ਅਸੀਂ DC ਲੈਵਲ ਦੇ ਦਫ਼ਤਰਾਂ 'ਚ ਲੈ ਕੇ, DC ਤੋਂ ਅਸੀਂ ਪੰਜਾਬ ਸਰਕਾਰ ਤੱਕ ਲੈ ਕੇ, ਪੰਜਾਬ ਸਰਕਾਰ ਤੋਂ ਅੱਜ ਦਿੱਲੀ ਦਰਬਾਰ ਤੱਕ ਹੈ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ। ਜਿਹੜੀ ਸਰਕਾਰ ਇਹ ਕਹਿੰਦੀ ਸੀ ਵੀ ਇਹ ਤਾਂ ਤਿੰਨੇ ਕਾਨੂੰਨ ਬਹੁਤ ਹੱਕ 'ਚ ਹੈ, ਕਿਸਾਨਾਂ ਲਈ ਬਣਾਏ ਨੇ, ਖੁੱਲ੍ਹੀ ਮੰਡੀ 1-2 ਮੰਡੀਆਂ ਦੇਤੀਆਂ ਸੀ, ਪਰ ਲੋਕਾਂ ਦੇ ਉਸੇ ਆਗੂਆਂ ਨੂੰ ਮੁੜ ਕੇ ਮੀਟਿੰਗ ਸੱਦਣੀ ਪਈ। ਮੀਟਿੰਗ ਸੱਦ ਕੇ ਕਹਿਣਾ ਪਿਆ ਬਈ ਤੁਸੀਂ ਦੇਖੋ ਮੀਟਿੰਗ ਦੀ ਤੋੜੋ ਨਾ ਗੱਲਬਾਤ, ਨਹੀਂ ਤਾਂ ਇਹ ਹੁੰਦਾ ਵੀ ਅਸੀਂ ਤਾਂ ਜੋ ਸਟੈਂਡ ਲੈ ਲਿਆ ਸੀ ਠੀਕ ਹੈ, ਮੀਟਿੰਗ ਕਰਨ ਦੀ ਸਾਨੂੰ ਕੀ ਲੋੜ ਹੈ, ਪਰ ਕਿਸਾਨਾਂ ਨੂੰ ਅਪੀਲ ਕਰਨੀ ਉਹਨੇ ਦਿੱਲੀ ਦੇ ਵਿੱਚ ਮੀਟਿੰਗ ਚੱਲਦੇ ਆ ਵੀ ਤੁਸੀਂ ਇਹ ਗੱਲ ਤੋੜਿਓ ਨਾ, ਇਹ 'ਤੇ ਵਿਚਾਰ ਰੱਖੋ। ਤਾਂ ਹੁਣ ਅਗਲਾ ਜਿਹੜਾ ਪੜਾਅ ਹੈ, ਅਗਲੀ ਅਸੀਂ ਤਾਂ ਗੇਂਦ ਚੱਕ ਕੇ ਕੇਂਦਰ ਦੇ ਪਾਲੇ ਸਿੱਟਤੀ ਹੈ, ਹੁਣ ਉਹਨੇ ਫੈਸਲਾ ਕਰਨਾ ਹੈ ਕਿ ਕਿਸਾਨਾਂ ਦੇ ਖਿਲਾਫ ਚੱਲਣਾ ਜਾਂ ਤਿੰਨੇ ਕਾਨੂੰਨ ਰੱਦ ਕਰਨੇ ਆ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਰੀ ਉਹ ਕੀ ਕਹਿੰਦੇ ਹੁੰਦੇ ਆ ਪਿਕਚਰ ਹੈ ਉਹ ਸਾਹਮਣੇ ਸਿੱਧੀ ਹੋ ਜਾਣੀ, ਸਾਫ਼ ਹੋ ਜਾਣੀ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹ ਲੱਗਦਾ ਵੀ ਸਾਰੇ ਦੇਸ਼ ਦੇ ਕਿਸਾਨ ਹਰ ਹਾਲਤ ਦਿੱਲੀ ਨੂੰ ਘੇਰਨਗੇ। ਸਰਕਾਰ ਕੁਛ ਵੀ ਕਹੇ, ਕੁਛ ਮਰਜ਼ੀ ਕਰੇ, ਤਾਂ ਇਸ ਲਾਭ ਸਾਨੂੰ ਲੱਗਦਾ ਵੀ ਜਿਹੜੇ ਤਿੰਨੇ ਕਾਨੂੰਨਾਂ ਦੇ ਖਿਲਾਫ ਲੋਕ ਲੜਦੇ ਆ ਹਰ ਹਾਲਤ ਜਿੱਤਣਗੇ। ਸਾਡਾ ਇਹਨਾਂ ਪੂਰਾ ਜਿਹੜੀ ਕਿਸਾਨ ਸੰਘਰਸ਼ ਕਮੇਟੀ ਇੱਕ ਬਣਾ ਕੇ ਜਿਹੜੀ ਮਾਝੇ ਦੇ ਵਿੱਚ ਸੰਘਰਸ਼ ਲੜਿਆ ਜਾ ਰਿਹਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ, ਕੀ ਉਹ ਤੁਹਾਡੇ ਨਾਲ ਸਹਿਮਤ ਨੇ ਇਸ ਮੁੱਦੇ ਨੂੰ ਲੈ ਕੇ ਕਿ ਜਿਹੜੀਆਂ ਟ੍ਰੇਨਾਂ ਨੇ ਉਹ ਪੈਸੇਂਜਰ ਗੱਡੀਆਂ ਨੂੰ ਵੀ ਲਾਂਘਾ ਦਿੱਤਾ ਜਾਵੇ? ਵੇਖੋ ਜੇ ਉਹਨਾਂ ਦੇ ਉਹ ਸਾਡੇ ਤਾਲਮੇਲ 'ਚ ਹੋਇਆ, ਪਰ ਸਾਡੀ ਮੀਟਿੰਗ 'ਚ ਕਦੇ ਨਹੀਂ ਆਏ। 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਕਦੇ ਆਏ ਨਹੀਂ। ਉਹਨਾਂ ਦੀ ਕੀ ਰਾਏ ਹੋ ਸਕਦੀ ਹੈ, ਉਹ ਕਿਵੇਂ ਚੱਲਣਗੇ, ਉਹ ਕੀ ਕਰਨਗੇ, ਇਹ ਉਹਨਾਂ 'ਤੇ ਨਿਰਭਰ ਕਰਦੇ ਆ। ਸਾਡੇ ਮੁਤਾਬਕ ਤਾਂ ਤਾਲਮੇਲ 'ਚੋਂ ਜੇ ਕਹਿਣਾ ਹੋਵੇ, ਤਾਲਮੇਲ ਮੁਤਾਬਕ ਹੈਗੇ ਆ, ਪਰ ਤਾਲਮੇਲ ਵੀ ਉਹ ਹੁੰਦਾ ਵੀ ਜਿਹੜੀਆਂ ਮੀਟਿੰਗਾਂ ਹੋਣ। ਸਾਡੀ ਉਹਨਾਂ ਨਾਲ ਕਦੇ ਮੀਟਿੰਗ ਨਹੀਂ ਹੋਈ। ਫੋਨਾਂ 'ਤੇ ਕਿਸੇ ਆਗੂ ਦੀ ਗੱਲ ਹੋ ਗਈ ਹੋਵੇ ਵੱਖਰੀ ਗੱਲ ਹੈ, ਪਰ ਸਾਡੀ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਆ ਕੇ ਉਹਨਾਂ ਨੇ ਕਹਿਣਾ ਹੋਵੇ ਉਹਨਾਂ ਦੇ ਆਗੂ ਨੇ, ਇਹ ਮੀਟਿੰਗ ਨਹੀਂ ਹੋਈ। ਪਰ ਫਿਰ ਵੀ ਉਹਨਾਂ ਨੂੰ ਵੀ ਸਿਰ ਦਰਦ ਕਿਸਾਨ ਦਾ ਲੜਾਈ ਲੜ ਰਹੇ ਆ, ਅਸੀਂ ਵੀ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ। ਉਹਨਾਂ ਦੇ ਵੀ ਧਿਆਨ 'ਚ ਆਉਣਾ ਵੀ ਇਹ ਕਾਨੂੰਨ ਰੱਦ ਕਿਵੇਂ ਕਰਾਉਣੇ ਆ, ਕੀ ਸਮਝ ਆ ਉਹਨਾਂ ਦੀ, ਇਹ ਉਹਨਾਂ 'ਤੇ ਨਿਰਭਰ ਹੈ। ਇਹ ਸਵਾਲ ਅਸਲ ਉਹਨਾਂ ਦੇ ਆਗੂ, ਉਹਨਾਂ ਦੇ ਜਿਹੜੇ ਪ੍ਰਧਾਨ ਆ ਉਹ ਕਹਿ ਸਕਦੇ ਆ, ਪਰ ਫਿਰ ਅਸੀਂ ਤਾਂ ਫਿਰ ਅਪੀਲ ਕਰਦੇ ਹਾਂ ਬਈ ਜੋ ਸਾਡੇ 'ਤੇ ਪਹਾੜ ਸਿੱਟਿਆ ਕੇਂਦਰ ਸਰਕਾਰ ਨੇ, ਦੇਸ਼ ਦੇ ਕਿਸਾਨਾਂ ਦੇ ਸਿੱਟਿਆ, ਇਹ 'ਤੇ ਸਾਰਿਆਂ ਲਈ ਵਿਚਾਰਨ ਦਾ ਸਮਾਂ ਹੈ।
ਕੱਲੇ ਕੱਲੇ ਦਾ ਸਮਾਂ ਨਹੀਂ, ਚਾਹੇ ਕੋਈ ਜਥੇਬੰਦੀ ਛੋਟੀ ਹੈ ਚਾਹੇ ਕੋਈ ਜਥੇਬੰਦੀ ਵੱਡੀ ਹੈ, ਸਾਰਿਆਂ ਨੂੰ ਸਿਰ ਜੋੜ ਕੇ ਸਾਰਿਆਂ ਨੂੰ ਵਿਚਾਰ ਕਰਕੇ ਤਾਲਮੇਲ ਨਾਲ ਚੱਲਣਾ ਚਾਹੀਦਾ, ਪੂਰੇ ਏਕੇ ਨਾਲ ਚੱਲਣਾ ਚਾਹੀਦਾ ਕਿ ਇੱਥੋਂ ਦੀਆਂ ਸਰਕਾਰਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ। ਤੇ ਅਸੀਂ ਜਿੱਥੇ ਲੋਕ ਪੰਜਾਬ ਦੇ ਦੇਸ਼ ਦੇ ਕਿਸਾਨ ਇਕੱਠੇ ਹੋ ਸਕਦੇ ਆ, ਜੇ ਹਜੇ ਵੀ ਇੱਕ ਅੱਧੇ ਕੋਈ ਬਾਹਰ ਹੈ ਤਾਂ ਉਹਨੂੰ ਅਸੀਂ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਵੀ ਤੁਸੀਂ ਵਿੱਚ ਆ ਕੇ ਵਿਚਾਰ ਕੇ ਸਾਂਝ ਕਰ, ਹੋ ਸਕਦਾ ਉਹਨਾਂ ਦਾ ਸੁਝਾਅ ਚੰਗਾ ਹੋਵੇ, ਹੋ ਸਕਦਾ ਸਾਡੇ 'ਚੋਂ ਕਿਸੇ ਦਾ ਸੁਝਾਅ ਚੰਗਾ ਹੋਵੇ, ਉਹ 'ਤੇ ਗੌਰ ਕਰਕੇ ਇਕੱਠੇ ਹੋ ਕੇ ਚੱਲੀਏ ਤਾਂ ਜਿਹੜਾ ਸਰਕਾਰਾਂ ਨੂੰ ਮੌਕਾ ਨਾ ਮਿਲੇ। ਹਰ ਹਾਲਤ ਜਿਹੜੇ ਕਾਨੂੰਨ ਰੱਦ ਕਰਾਉਣੇ ਚਾਹੀਦੇ, ਉਹ ਚਾਹੇ ਸੰਘਰਸ਼ ਕਮੇਟੀ ਹੈ ਚਾਹੇ ਕੋਈ ਹੋਰ ਜਥੇਬੰਦੀ ਹੈ ਚਾਹੇ ਉਹ ਹਜੇ ਵੀ ਬਾਹਰ ਹੈ, ਅਸੀਂ ਤਾਂ ਉਹਨਾਂ ਨੂੰ ਅਪੀਲ ਕਰਦੇ ਹਾਂ। ਕਿਸਾਨ ਜਥੇਬੰਦੀ ਅਸੀਂ ਤਾਂ ਸਿਆਸੀ ਪਾਰਟੀਆਂ ਨੂੰ ਅਪੀਲ ਕਰੀ ਹੈ ਵੀ ਤੁਹਾਡੇ ਜੇ ਸਿਰਦਰਦੀ ਆ, ਤੁਹਾਡੇ ਤੁਸੀਂ ਪੰਜਾਬ ਦੇ ਹਮਦਰਦੀ ਹੋ, ਦੇਸ਼ ਦੇ ਕਿਸਾਨਾਂ ਦੇ ਹਮਦਰਦੀ ਹੋ, ਤੁਸੀਂ ਟਾਈਮ ਕੱਢੋ, ਆਓ ਬੈਠੋ। ਅਸੀਂ ਪਰ ਇੱਕ ਹੈ ਵੀ ਅਸੀਂ ਧਰਨਾ ਮੁਜ਼ਾਹਰਾ ਦੇ ਵਿੱਚ ਤੁਹਾਡੀ ਕੋਈ ਝੰਡਾ ਕੋਈ ਡੰਡਾ ਤੁਹਾਨੂੰ ਰੋਟੀਆਂ ਨਹੀਂ ਸੇਕਣ ਦੇਵਾਂਗੇ, ਜਿਹੜੀ ਸਿਆਸੀ ਰੋਟੀਆਂ ਸੇਕਦੇ ਨੇ ਕਿਸਾਨਾਂ ਦੀ ਧਰਨਾ 'ਚ ਬੈਠੋ ਆ ਕੇ। ਜੀ ਆਇਆਂ ਨੂੰ ਧੰਨਵਾਦ। ਇਹ ਸਾਡਾ ਉਹਨਾਂ ਵੱਲੋਂ ਵੀ ਦੋਸ਼ ਲਾਇਆ ਗਿਆ ਤੇ ਹੋਰ ਵੀ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਤੇ ਈਡੀ ਦੀ ਕਾਰਵਾਈ ਵੀ ਚੱਲੀ ਆ, ਤਾਂ ਹੁਣ ਮੁੱਖ ਮੰਤਰੀ ਸਾਹਿਬ ਤਾਂ ਮੋਦੀ ਸਾਹਿਬ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਉਹ ਕਹਿੰਦੇ ਕਿ ਤਾਂ ਕਰਕੇ ਕਿਸਾਨਾਂ ਦੀ ਮੀਟਿੰਗ ਸੱਦ ਰਹੇ ਨੇ ਤੇ ਤਾਂ ਕਰਕੇ ਰੇਲ ਗੱਡੀਆਂ ਦੀ ਆਵਾਜਾਈ ਜਿਹੜੀ ਬਹਾਲ ਕਰਾ ਰਹੇ। ਵੇਖੋ ਇਹ ਇਹਨਾਂ ਦੀ ਲੜਾਈ ਹੈ, ਪਤਾ ਨਹੀਂ ਕਿਉਂ ਇਹ ਥੱਲੇ ਲੱਗ ਰਿਹਾ ਕੀ ਕਰ ਰਿਹਾ ਇਹਨਾਂ ਨੂੰ। ਅਸਲ ਦੇ ਵਿੱਚ ਇਹ ਤਾਂ ਵਧੀਆ ਸਵਾਲ ਇਹੀ ਹੈ ਵੀ ਕੈਪਟਨ ਸਾਹਿਬ ਜਵਾਬ ਦੇ ਸਕਦਾ ਵੀ ਉਹ ਮੋਦੀ ਦੇ ਨਾਲ ਲੜਾਈ ਲੜ ਰਿਹਾ ਹੈ ਕਿ ਮੈਚ ਲੜ ਰਿਹਾ ਹੈ, ਕਿਉਂਕਿ ਸਾਨੂੰ ਨਹੀਂ ਲੱਗਦਾ ਹੁੰਦਾ। ਪਰ ਅਸੀਂ ਜਿਹੜੇ ਆਪਦੇ ਇਰਾਦੇ ਦੇ ਚੋਂ ਅਸੀਂ ਦੇਖਦੇ ਹਾਂ ਜਿਹੜਾ ਗੈਰ ਸਮਝੌਤਾ ਜਿਹੜਾ ਡੰਕਲ ਆ ਜਿਹਨੂੰ ਅਸੀਂ ਵਿਸ਼ਵਾਸ ਸੰਸਥਾ ਕਹਿੰਦੇ ਆ, ਉਹਦੇ ਤਹਿਤ ਆ ਜਿਹੜੇ ਆ ਤਿੰਨੇ ਕਾਨੂੰਨ ਆਏ ਆ ਪੰਜਾਬ ਦੇ ਵਿੱਚ। ਤਿੰਨੇ ਕਾਨੂੰਨ ਕਾਂਗਰਸ ਨੇ ਵੀ ਉਨਾ ਹੀ ਯੋਗਦਾਨ ਹੈ, ਉਹਨਾਂ ਬੀਜੇਪੀ ਦਾ, ਉਨੀਆਂ ਸਰਕਾਰਾਂ ਨੇ ਤੇ ਮੋਹਰ ਲਾਈ ਹੈ। ਸਾਰੀਆਂ ਸਰਕਾਰਾਂ ਇੱਕ ਐਵੇਂ ਲੋਕਾਂ ਦੇ ਹੱਥੀ ਇਕੱਠਾ ਪਾ ਕੇ ਵੀ ਮੈਂ ਕਿਸਾਨਾਂ ਦਾ ਹਮਦਰਦੀ, ਸਾਨੂੰ ਨਹੀਂ ਇਹੋ ਜਿਹਾ ਕੋਈ ਦਿਸਦਾ ਸਿਆਸੀ ਪਾਰਟੀ ਵੀ ਮੈਂ ਹਮਦਰਦੀ ਹੋਵਾਂ। ਸਾਰੇ ਇਕੱਠੇ ਨੇ, ਜਿਹੜੇ ਜੇ ਕੋਈ ਹਮਦਰਦੀ ਰੱਖਦਾ ਆਉਣ ਮੈਦਾਨ ਦੇ ਵਿੱਚ ਲੜ ਲੈਣ। ਇਕੱਲੇ 2 MLA ਆ, 115 MLA ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਮਤਾ ਪਾਤਾ, ਸੈਸ਼ਨ ਸੱਦ ਲਿਆ। ਇਕੱਠੇ ਹੋ ਕੇ 2 MLA ਦੇ ਖਿਲਾਫ ਨਹੀਂ ਲੜ ਸਕਦੇ ਜਿਹੜੇ ਬੀਜੇਪੀ ਦੇ ਹੈ। ਤਾਂ ਇਹਨਾਂ ਨੂੰ ਪਤਾ ਵੀ ਜਦੋਂ ਅਸੀਂ ਇਹ MLA ਦੇ ਖਿਲਾਫ ਲੜਾਂਗੇ ਬੈਠਾਂਗੇ ਉਹ ਸਾਡੇ ਪੋਲ ਖੋਲਣਗੇ, ਉਹਨਾਂ ਦੀ ਪੋਲ ਸਮਝ ਖੋਲ੍ਹਣੀ ਚਾਹੀਦੀ ਹੈ। ਇੱਕ ਦੂਜੇ ਨੂੰ ਆਏ ਵੀ ਨਿੰਦ ਕੇ ਰੋਟੀਆਂ ਸੇਕ ਰਹੇ ਨੇ। ਪਰ ਅਸੀਂ ਕਿਸਾਨਾਂ ਨੇ ਫੈਸਲਾ ਕੀਤਾ ਅਸੀਂ ਆਪਦੇ ਧਰਨਿਆਂ ਤੇ ਆਪਦੇ ਚਰਚਾਂ ਤੇ ਅਸੀਂ ਕਿਸੇ ਆਗੂ ਨੂੰ ਬੋਲਣ ਨਹੀਂ ਦੇਵਾਂਗੇ। ਬੈਠਾ ਜੀ ਆਇਆਂ ਨੂੰ ਧੰਨਵਾਦ। ਆਖਰੀ ਸਵਾਲ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਜਾ ਰਹੇ ਹੋ ਤੁਸੀਂ, ਦਿੱਲੀ ਚੱਲੋ ਅੰਦੋਲਨ ਹੈਗਾ, ਉਹਦੀ ਕੀ ਤਿਆਰੀ ਕਰਕੇ ਜਿਹੜੇ ਕਿਸਾਨ ਚੱਲ ਰਹੇ ਨੇ, ਕਿੰਨਾ ਲੰਮਾ ਜਿਹੜਾ ਮੋਰਚਾ ਉੱਥੇ ਚੱਲ ਸਕਦਾ ਗਾ? ਵੇਖੋ ਜਦੋਂ ਸੰਘਰਸ਼ ਵਿੱਢੀਦਾ ਉਦੋਂ ਸੰਘਰਸ਼ ਦਿਨਾਂ ਦੇ ਗਿਣ ਕੇ ਨਹੀਂ ਵਿੱਢਿਆ ਜਾਂਦਾ। ਲਗਾਤਾਰ ਜਿੱਤਾਂਗੇ। ਪੰਜਾਬ ਦੇ ਵਿੱਚ ਉਹਦੇ ਵੀ ਸਾਡੇ ਤੇ ਸਵਾਲ ਉੱਠਦਾ ਵੀ ਤੁਸੀਂ ਰੇਲ ਦੀਆਂ ਪਟੜੀਆਂ ਤੇ ਬੈਠ ਰਹੇ ਹੋ 1 ਤਰੀਕ ਨੂੰ, ਕਿੰਨਾ ਚਿਰ ਬੈਠੋਗੇ? ਉਹਦੇ ਵੀ ਅਸੀਂ ਕਿਹਾ ਸੀ ਵੀ ਲੰਮਾ ਸਮਾਂ ਚੱਲ ਸਕਦਾ। ਅੱਜ ਵੀ ਅਸੀਂ ਕਹਿੰਦੇ ਹਾਂ ਦਿੱਲੀ ਨਾਲ ਲੜਾਈ ਹੈ, ਦਿੱਲੀ ਸਰਕਾਰ ਨਾਲ ਲੜਾਈ ਹੈ। ਤਿੰਨੇ ਕਾਨੂੰਨ ਆ ਜਿਹੜੇ ਛੇਤੀ ਰੱਦ ਹੋਣ ਵਾਲੇ ਨਹੀਂ। ਅਸੀਂ ਲੰਮੀ ਲੜਾਈ ਲੜ ਰਹੇ ਹਾਂ। ਕਿੰਨੀ ਕੁਰਬਾਨੀ ਕਰਨੀ ਹੈ, ਕਿੰਨਾ ਸਰਕਾਰਾਂ ਨੇ ਸਾਡੇ ਤੇ ਸੱਦ ਢਾਉਣਾ, ਇਹ ਉਹਨਾਂ ਤੇ ਨਿਰਭਰ ਕਰਦਾ। ਲੜਾਈ ਲੰਮੀ ਹੈ, ਪਰ ਸਾਨੂੰ ਇੱਕ ਵਿਸ਼ਵਾਸ ਜ਼ਰੂਰ ਹੈ। ਅੱਜ ਪੰਜਾਬ ਦੇ ਕਿਸਾਨਾਂ ਨੇ ਹੰਗਾਰਾ ਭਰਿਆ, ਲੋਕਾਂ ਨੇ ਹੰਗਾਰਾ ਭਰਿਆ, ਦੇਸ਼ ਦੇ ਕਿਸਾਨ ਵੀ ਹੰਗਾਰਾ ਭਰਨਗੇ। ਜਿਹੜਾ ਮੂਹਰੋਂ ਸਾਨੂੰ ਜਿਹੜੀ ਤਿਆਰੀ ਕਹਿੰਦੇ ਹੋ, ਇਹ ਤਾਂ ਲੋਕ ਉਡੀਕ ਰਹੇ ਵੀ ਸਾਡੀ ਸੜਕ 'ਤੇ ਆਓ, ਅਸੀਂ ਰਾਸ਼ਨ ਪਾਣੀ ਦਾ ਪ੍ਰਬੰਧ ਕਰਾਂਗੇ, ਅਸੀਂ ਚਾਹ ਪਾਣੀ ਪਿਆਵਾਂਗੇ, ਅਸੀਂ ਤੁਹਾਡਾ ਪ੍ਰਬੰਧ ਕਰਾਂਗੇ। ਤੁਸੀਂ ਦੇਖੋਗੇ 26-27 ਤਰੀਕ ਨੂੰ ਬਹੁਤ ਜਥੇਬੰਦੀਆਂ ਨੇ, ਜਿਵੇਂ ਸਾਡੀ ਜਥੇਬੰਦੀ ਵਿੱਚ ਅਸੀਂ 24 ਤਰੀਕ ਨੂੰ ਫੈਸਲਾ ਕੀਤਾ ਹੋਇਆ। ਸੰਗਰੂਰ ਜ਼ਿਲ੍ਹੇ ਦੇ ਵਿੱਚ ਮਹਿਲਾ ਚੌਂਕ ਹੈ, ਅਸੀਂ 24 ਤਰੀਕ ਨੂੰ 4 ਵਜੇ 5 ਵਜੇ ਨੂੰ ਤੁਰ ਪਾਂਗੇ। ਅਸੀਂ ਰਾਤ ਦਿੱਲੀ ਨੂੰ 25 ਤਰੀਕ ਨੂੰ ਤਾਂ ਦਿੱਲੀ ਜਾ ਵੜਨਾ ਬਹੁਤ ਕਿਸਾਨਾਂ ਨੇ। 23 ਨੂੰ ਤੁਰਨਾ ਕਿਸੇ ਨੇ, 24 ਨੂੰ ਤੁਰਨਾ ਕਿਸੇ ਨੇ, 25 ਨੂੰ ਤੁਰਨਾ, 26 ਤਰੀਕ ਨੂੰ ਸਾਰੀਆਂ ਸੜਕਾਂ 'ਤੇ ਕਿਸਾਨ ਹੋਣਗੇ। ਅਸੀਂ ਤਾਂ ਅਪੀਲ ਕਰਦੇ ਹਾਂ ਜਿਹੜੇ ਹਜੇ ਵੀ ਕਿਸਾਨ ਇਸ ਮੋਰਚੇ ਤੋਂ ਪਾਸੇ ਰਹਿ ਰਹੇ ਆ ਉਹਨਾਂ ਨੂੰ ਵੀ ਅਪੀਲ ਹੈ ਵੀ ਆਪਦੇ ਸਾਧਨਾਂ ਮੁਤਾਬਕ ਜਿਵੇਂ ਵੀ ਜਾਂਦੇ ਹੋ 26 ਤਰੀਕ ਨੂੰ ਦਿੱਲੀ ਦੇ ਵਿੱਚ ਜਾਣਾ ਚਾਹੀਦਾ ਹੈ। ਧੰਨਵਾਦ। ਸੋ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਜਿਹੜਾ ਸੰਘਰਸ਼ ਹੈ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਤੇ ਪੂਰੇ ਪੰਜਾਬ ਦੇ ਲੋਕ ਤੇ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣ ਦੇ ਲਈ ਤਿਆਰ ਨੇ।